Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਮਨ ਕਰ ਹਲਾ ਤੂੰ ਚੰਚਲਾ, ਚਤੁਰਾਈ ਛੱਡ ਵਿਕਰਾਲ। ਹੇ ਮੇਰੇ ਬੇਮੁਹਾਰੇ ਤੇ ਚੰਚਲ ਮਨ, ਚਤੁਰਾਈ ਛੱਡ, ਕਿਉਂਕਿ ਇਹ ਚਤੁਰਾਈ ਬੜੀ ਵਿਕਰਾਲ ਹੈ, ਬੜੀ ਭਿਆਨਕ ਹੈ। ਜਿਹੜਾ ਤੂੰ ਆਪਣੇ ਆਪ ਨੂੰ ਬੜਾ ਚਤੁਰ ਸਮਝਦਾ ਹੈ, ਚਲਾਕ ਸਮਝਦਾ ਹੈ, ਇਹ ਚਲਾਕੀ ਹੀ ਤੇਰੇ ਜੀਵਨ ਦੇ ਵਿੱਚ ਆਉਣ ਵਾਲੇ ਬਹੁਤ ਸਾਰੇ ਦੁੱਖਾਂ ਅਤੇ ਮੁਸੀਬਤਾਂ ਦਾ ਕਾਰਨ ਹੈ। ਹਰ ਹਰ ਨਾਮ ਸਮਾਲ ਤੂੰ, ਹਰ ਮੁਕਤ ਕਰੇ ਅੰਤ ਕਾਲ। ਇਹ ਚਤੁਰਾਈ ਛੱਡ ਤੇ ਉਸ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਰੱਖ, ਕਿਉਂਕਿ ਅੰਤ ਕਾਲ ਵੇਲੇ, ਅਖੀਰਲੇ ਸਮੇਂ ਵੇਲੇ ਇਹ ਪ੍ਰਮਾਤਮਾ ਦਾ ਨਾਮ ਹੀ ਤੈਨੂੰ ਮਾਇਆ ਦੇ ਮੋਹ ਤੋਂ ਮੁਕਤੀ ਦੇਵੇਗਾ। ਇਹ ਪ੍ਰਮਾਤਮਾ ਦਾ ਨਾਮ ਹੀ ਹੋਏਗਾ ਜਿਹੜਾ ਤੇਰੇ ਲਈ ਇਸ ਜ਼ਿੰਦਗੀ ਨੂੰ ਛੱਡ ਕੇ ਜਾਣ ਦਾ ਜੋ ਕਾਰਜ ਹੈ ਉਹ ਸੁਖਾਲਾ ਕਰ ਦੇਵੇਗਾ। ਤੇਰੇ ਅਖੀਰਲੇ ਵੇਲੇ 'ਚ ਤੈਨੂੰ ਤੇਰੀ ਜਾਇਦਾਦ ਤੇ ਮਾਇਆ ਜੋ ਤੂੰ ਇਕੱਠੀ ਕੀਤੀ ਹੈ ਉਹਦਾ ਖਿਆਲ ਨਹੀਂ ਆਉਣ ਦੇਵੇਗਾ। ਮਨ ਕਰ ਹਲਾ ਵਡਭਾਗੀਆ, ਤੂੰ ਗਿਆਨ ਰਤਨ ਸਮਾਲ। ਗੁਰੂ ਵੱਲੋਂ ਮਿਲਿਆ ਹੋਇਆ ਗਿਆਨ ਜਿਹੜਾ ਕਿ ਇੱਕ ਰਤਨ ਦੇ ਬਰਾਬਰ ਹੈ। ਹੇ ਮੇਰੇ ਬੇਮੁਹਾਰੇ ਮਨ, ਉਸ ਗਿਆਨ ਰਤਨ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਤੇ ਵੱਡੇ ਭਾਗਾਂ ਵਾਲਾ ਬਣ ਜਾ। ਗੁਰ ਗਿਆਨ ਖੜਗ ਹੱਥ ਧਾਰਿਆ, ਜਮ ਮਾਰੇ ਅੜਾ ਜਮਕਾਲ। ਖੜਗ ਤੋਂ ਭਾਵ ਖੰਡਾ ਜਾਂ ਤਲਵਾਰ। ਕਹਿੰਦੇ ਗੁਰੂ ਵੱਲੋਂ ਬਖਸ਼ਿਆ ਹੋਇਆ ਗਿਆਨ ਹੱਥ ਵਿੱਚ ਧਾਰੀ ਹੋਈ ਤਲਵਾਰ ਵਰਗਾ ਹੈ। ਉਹ ਤਲਵਾਰ ਜਿਹਦੇ ਸਹਾਰੇ ਅਸੀਂ ਆਤਮਕ ਮੌਤ ਦੇ ਨਾਲ ਲੜ ਸਕਦੇ ਹਾਂ, ਆਤਮਕ ਮੌਤ ਨੂੰ ਮਾਰ ਸਕਦੇ ਹਾਂ। ਅੰਤਰ ਨਿਧਾਨ ਮਨ ਕਰ ਹਲੇ, ਭਰਮ ਭਵੇ ਬਾਹਰ ਭਾਲ। ਇਹ ਬੇਮੁਹਾਰੇ ਮਨ, ਉਹ ਖਜ਼ਾਨੇ ਰੂਪ ਪਰਮਾਤਮਾ ਦਾ ਨਾਮ ਤੇਰੇ ਅੰਦਰ ਹੈ। ਅੰਤਰ ਨਿਧਾਨ ਮਨ ਕਰ ਹਲੇ, ਭਰਮ ਭਵੇ ਬਾਹਰ ਭਾਲ। ਕਹਿੰਦੇ ਤੂੰ ਭਰਮਾਂ ਦੇ ਵਿੱਚ ਭਟਕਿਆ ਹੋਇਆ ਹੈ, ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਬਾਹਰ ਲੱਭਦਾ ਫਿਰਦਾ ਹੈ। ਗੁਰਪੁਰਖ ਪੂਰਾ ਭੇਟਿਆ, ਹਰ ਸੱਜਣ ਲੱਦੜਾ ਨਾ। ਪ੍ਰਮਾਤਮਾ ਦਾ ਰੂਪ ਗੁਰੂ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਹ ਮਨੁੱਖ ਉਸ ਪ੍ਰਮਾਤਮਾ ਨੂੰ, ਉਸ ਸੱਜਣ ਪ੍ਰਮਾਤਮਾ ਨੂੰ ਆਪਣੇ ਨਾਲ ਵਸਦਾ ਹੋਇਆ ਹੀ ਲੱਭ ਲੈਂਦਾ ਹੈ। ਹਰ ਸੱਜਣ ਲੱਦੜਾ ਨਾ। ਰੰਗ ਰਤੜੇ ਮਨ ਕਰ ਹਲੇ, ਹਰ ਰੰਗ ਸਦਾ ਸਮਾਲ। ਕਿ ਮਾਇਆ ਦੇ ਰੰਗ ਵਿੱਚ ਰੰਗੇ ਹੋਏ ਬੇਮੁਹਾਰੇ ਮਨ, ਉਸ ਪ੍ਰਮਾਤਮਾ ਦੇ ਪ੍ਰੇਮ ਰੰਗ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖ, ਕਿਉਂਕਿ ਜੋ ਮਾਇਆ ਦਾ ਰੰਗ ਹੈ ਉਹ ਤੇ ਫਿੱਕਾ ਹੈ। ਉਹ ਅੱਜ ਹੈ, ਕੱਲ੍ਹ ਨੂੰ ਹੋਏਗਾ ਕਿ ਨਹੀਂ ਹੋਏਗਾ ਕੋਈ ਕਹਿ ਨਹੀਂ ਸਕਦਾ। ਹਰ ਰੰਗ ਕਦੇ ਨਾ ਉਤਰੈ, ਗੁਰ ਸੇਵਾ ਸ਼ਬਦ ਸਮਾਲ। ਪਰ ਜੋ ਪ੍ਰਮਾਤਮਾ ਦਾ ਪ੍ਰੇਮ ਰੰਗ ਹੈ ਉਹ ਗੂੜਾ ਹੈ, ਉਹ ਕਦੇ ਨਹੀਂ ਉਤਰਦਾ। ਇਸ ਕਰਕੇ ਗੁਰੂ ਦੀ ਸੇਵਾ ਕਰ। ਜੋ ਕਾਰ, ਜੋ ਸੇਵਾ ਗੁਰੂ ਨੇ ਦੱਸੀ ਹੈ ਉਹ ਕਰ, ਤੇ ਗੁਰੂ ਦੇ ਸ਼ਬਦਾਂ ਨੂੰ, ਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ। ਹਮ ਪੰਖੀ ਮਨ ਕਰ ਹਲੇ, ਹਰ ਤਰਵਰ ਪੁਰਖ ਅਕਾਲ। ਤਰਵਰ ਤੋਂ ਭਾਵ ਰੁੱਖ। ਪੰਛੀਆਂ ਨੂੰ ਆਰਾਮ ਕਰਨ ਦੇ ਲਈ ਰੁੱਖਾਂ ਦੀ ਲੋੜ ਹੁੰਦੀ ਹੈ, ਉਹ ਰੁੱਖਾਂ 'ਤੇ ਹੀ ਆਰਾਮ ਕਰਦੇ ਨੇ। ਤੇ ਗੁਰੂ ਜੀ ਕਹਿੰਦੇ ਕਿ ਅਸੀਂ ਵੀ ਪੰਛੀ ਹਾਂ। ਹੇ ਮੇਰੇ ਬੇਮੁਹਾਰੇ ਮਨ, ਅਸੀਂ ਵੀ ਪੰਛੀ ਹਾਂ। ਹਮ ਪੰਖੀ ਮਨ ਕਰ ਹਲੇ, ਹਰ ਤਰਵਰ ਪੁਰਖ ਅਕਾਲ। ਉਹ ਅਕਾਲ ਪੁਰਖ ਪਰਮਾਤਮਾ ਰੁੱਖ ਹੈ ਸਾਡੇ ਪੰਛੀਆਂ ਦੇ ਆਰਾਮ ਕਰਨ ਦੇ ਲਈ। ਵਡਭਾਗੀ ਗੁਰਮੁਖ ਪਾਇਆ, ਜਨ ਨਾਨਕ ਨਾਮ ਸਮਾਲ। ਪਰ ਗੁਰੂ ਜੀ ਕਹਿੰਦੇ ਕਿ ਪਰਮਾਤਮਾ ਰੂਪੀ ਇਸ ਰੁੱਖ ਦਾ ਆਸਰਾ ਜਾਂ ਸਹਾਰਾ ਉਹਨਾਂ ਪੰਛੀਆਂ ਨੂੰ ਹੀ ਮਿਲਦਾ ਹੈ, ਭਾਵ ਕਿ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ
ਜਿਨ੍ਹਾਂ ਨੇ ਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖਿਆ ਹੈ। ਅੱਗੇ ਆਪਾਂ ਗੁਰੂ ਅਰਜਨ ਸਾਹਿਬ ਦੁਆਰਾ ਰਚਿਤ ਅਸ਼ਟਪਦੀਆਂ ਪੜ੍ਹਨ ਜਾ ਰਹੇ ਹਾਂ ਤੇ ਜੋ ਪਹਿਲੀ ਹੀ ਅਸ਼ਟਪਦੀ ਹੈ ਉਹਦੇ ਵਿੱਚ ਹੀ ਗੁਰੂ ਜੀ ਨੇ ਬੜੀ ਹੀ ਸਰਲਤਾ ਦੇ ਨਾਲ ਬੜੇ ਹੀ ਮਹੱਤਵਪੂਰਨ ਸਿੱਖਿਆਵਾਂ ਸਾਨੂੰ ਬਖਸ਼ੀਆਂ ਹਨ। ਰਾਗ ਗੌੜੀ ਗੁਆਰਰੀ ਮਹਿਲਾ ਪੰਜਵਾਂ ਅਸ਼ਟਪਦੀਆਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਜਬ ਇਹੋ ਮਨ ਮਹਿ ਕਰਤ ਗੁਮਾਨਾ ਤਬ ਇਹੋ ਬਾਵਰ ਫਿਰਤ ਬੇਗਾਨਾ। ਮਨੁੱਖ ਦੀ ਗੱਲ ਕਰਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ ਜਦੋਂ ਮਨੁੱਖ ਆਪਣੇ ਮਨ ਦੇ ਵਿੱਚ ਆਪਣੇ ਵੱਡੇ ਹੋਣ ਦਾ ਗੁਮਾਨ ਕਰਦਾ ਹੈ ਤਾਂ ਉਸ ਹੰਕਾਰ ਦੇ ਵਿੱਚ, ਉਸ ਗੁਮਾਨ ਦੇ ਵਿੱਚ ਝੱਲਾ ਹੋਇਆ, ਦੁਨੀਆ ਤੋਂ ਵੱਖਰਾ ਵੱਖਰਾ ਹੋਇਆ ਫਿਰਦਾ ਹੈ। ਉਹ ਆਪਣੇ ਆਪ ਨੂੰ ਆਪਣੇ ਆਸ-ਪਾਸ ਦੇ ਲੋਕਾਂ ਨਾਲੋਂ ਵੱਖਰਾ ਸਮਝਣ ਲੱਗਦਾ ਹੈ, ਉਹਨਾਂ ਤੋਂ ਉੱਚਾ ਸਮਝਣ ਲੱਗਦਾ ਹੈ। ਇਸ ਗੱਲ ਦਾ ਗੁਮਾਨ ਉਹਨੂੰ ਹੋ ਜਾਂਦਾ ਹੈ। ਤੇ ਦੂਜੇ ਪਾਸੇ ਗੁਰੂ ਜੀ ਕਹਿੰਦੇ ਜਬ ਇਹੋ ਹੁਆ ਸਗਲ ਕੀ ਰੀਨਾ ਤਾਤੇ ਰਮਈਆ ਘਟ ਘਟ ਚੀਨਾ। ਤੇ ਜਦੋਂ ਮਨੁੱਖ ਆਪਣੇ ਆਪ ਨੂੰ ਸਾਰਿਆਂ ਦੇ ਚਰਨਾਂ ਦੀ ਧੂੜ ਸਮਝਣ ਲੱਗ ਜਾਏ, ਭਾਵ ਕਿ ਆਪਣੇ ਆਪ ਨੂੰ ਨੀਵਾਂ ਕਰ ਲਏ, ਜਿਸ ਤਰ੍ਹਾਂ ਕਿ ਸਿੱਖੀ ਦਾ ਇੱਕ ਬੜਾ ਮਹੱਤਵਪੂਰਨ ਸਿਧਾਂਤ ਹੈ ਕਿ ਮਨ ਨੀਵਾਂ ਮਤ ਉੱਚੀ। ਸੋ ਜਦੋਂ ਮਨੁੱਖ ਆਪਣੇ ਆਪ ਨੂੰ ਨੀਵਾਂ ਕਰ ਲੈਂਦਾ ਹੈ, ਜਬ ਇਹੋ ਹੁਆ ਸਗਲ ਕੀ ਰੀਨਾ ਤਾਤੇ ਰਮਈਆ ਘਟ ਘਟ ਚੀਨਾ, ਤਾਂ ਉਹਨੂੰ ਹਰ ਸਰੀਰ ਦੇ ਵਿੱਚ ਉਹ ਪ੍ਰਮਾਤਮਾ ਪ੍ਰਤੱਖ ਨਜ਼ਰ ਆਉਣ ਲੱਗਦਾ ਹੈ। ਸਹਿਜ ਸੁਹੇਲਾ ਫਲ ਮਸਕੀਨੀ। ਮਸਕੀਨੀ ਤੋਂ ਭਾਵ ਗਰੀਬੀ ਸੁਭਾਅ, ਆਪਣੇ ਆਪ ਨੂੰ ਗਰੀਬ ਜਾਣਨਾ। ਬੇਸ਼ੱਕ ਕਿੰਨਾ ਵੀ ਕੁਝ ਤੁਹਾਡੇ ਕੋਲ ਹੋਵੇ ਪ੍ਰਮਾਤਮਾ ਦਾ ਬਖਸ਼ਿਆ ਹੋਇਆ, ਪਰ ਮਨ ਦੇ ਵਿੱਚ ਇੱਕ ਗਰੀਬੀ ਭਾਵ ਹੋਣਾ। ਸਹਿਜ ਸੁਹੇਲਾ ਫਲ ਮਸਕੀਨੀ, ਕਹਿੰਦੇ ਉਸ ਗਰੀਬੀ ਭਾਵ ਦਾ ਜੋ ਫਲ ਮਿਲਦਾ ਹੈ ਉਹ ਆਤਮਕ ਅਡੋਲਤਾ ਤੇ ਸਦੀਵੀ ਆਨੰਦ ਹੈ। ਸਹਿਜ ਸੁਹੇਲਾ ਫਲ ਮਸਕੀਨੀ। ਤੇ ਇਹ ਫਲ ਕੌਣ ਬਖਸ਼ਦਾ ਹੈ? ਸਤਿਗੁਰ ਆਪਣਾ ਮੋਹੇ ਦਾਨ ਦੀਨੀ ਰਹਾਓ। ਕਹਿੰਦੇ ਮੈਨੂੰ ਇਹ ਦਾਨ ਮੇਰੇ ਸਤਿਗੁਰੂ ਨੇ ਬਖਸ਼ਿਆ ਹੈ। ਜਬ ਕਿਸ ਕਉ ਇਹ ਜਾਨਸ ਮੰਦਾ ਤਬ ਸਗਲੇ ਇਸ ਮੇਲੇ ਫੰਦਾ। ਜਦੋਂ ਮਨੁੱਖ ਹਰ ਕਿਸੇ ਨੂੰ ਮੰਦਾ ਜਾਣਨ ਲੱਗ ਜਾਏ, ਉਹਨੂੰ ਇਹ ਲੱਗਣ ਲੱਗ ਪਏ ਕਿ ਉਹਦੇ ਆਸ-ਪਾਸ ਵਾਲੇ ਮਨੁੱਖ ਨੇ ਜਿਹੜੇ ਉਹ ਮੰਦੇ ਨੇ ਤੇ ਉਹ ਉਹਨੂੰ ਜਾਲ ਦੇ ਵਿੱਚ, ਫਰੇਬ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤਬ ਸਗਲੇ ਇਸ ਮੇਲੇ ਫੰਦਾ, ਤਾਂ ਉਹਨੂੰ ਇਹ ਵੀ ਲੱਗਣ ਲੱਗ ਜਾਂਦਾ ਹੈ। ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਮੰਦਾ ਸਮਝਦੇ ਹੋ ਤਾਂ ਨਾਲ ਦੀ ਨਾਲ ਤੁਹਾਡੇ ਮਨ 'ਚ ਇਹ ਵੀ ਖਿਆਲ ਆਉਂਦਾ ਹੈ ਕਿ ਇਹ ਬੰਦਾ ਮੇਰਾ ਕੋਈ ਨੁਕਸਾਨ ਨਾ ਕਰ ਦੇਵੇ। ਤੁਸੀਂ ਥੋੜ੍ਹੇ ਸਤਰਕ ਹੋ ਜਾਂਦੇ ਹੋ। ਤੇ ਅੱਗੇ ਗੁਰੂ ਜੀ ਲਿਖਦੇ ਨੇ ਮੇਰ ਤੇਰ ਜਬ ਇਨਹਿ ਚੁਕਾਈ ਤਾਤੇ ਇਸ ਸੰਗ ਨਹੀਂ ਬਹਿਰਾਈ। ਕਹਿੰਦੇ ਜਦੋਂ ਤੁਸੀਂ ਮੇਰ ਤੇਰ ਹੀ ਖਤਮ ਕਰ ਲਿਆ, ਆਪਣੇ ਅੰਦਰੋਂ ਮੇਰ ਤੇਰ ਖਤਮ ਹੀ ਕਰ ਦਿੱਤੀ, ਤਾਂ ਤੁਹਾਨੂੰ ਕਿਸੇ ਦੇ ਵਿੱਚ ਵੀ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ, ਕਿਸੇ ਨਾਲ ਤੁਹਾਡਾ ਕੋਈ ਵੈਰ ਨਹੀਂ ਰਹਿ ਜਾਂਦਾ। ਜਿੱਥੋਂ ਤੱਕ ਕਿਸੇ ਫਰੇਬ ਦੇ ਜਾਲ ਵਿੱਚ ਫਸਾਉਣ ਦੀ ਗੱਲ ਹੈ ਤਾਂ ਉਹ ਤੁਹਾਨੂੰ ਉਦੋਂ ਹੀ ਲੱਗੇਗਾ ਜਦ ਤੱਕ ਤੁਹਾਡੇ ਲਈ ਜੋ ਤੁਹਾਡੇ ਕੋਲ ਹੈ ਉਹ ਤੁਹਾਡਾ ਹੈ, ਜੋ ਸਾਹਮਣੇ ਵਾਲੇ ਕੋਲ ਹੈ ਉਹ ਉਹਦਾ ਹੈ। ਮੇਰ ਤੇਰ ਹੈ। ਜਦੋਂ ਤੱਕ ਤੁਹਾਡੇ ਮਨ ਦੇ ਵਿੱਚ ਮੇਰ ਤੇਰ ਦਾ ਕਨਸੈਪਟ ਹੈ, ਉਦੋਂ ਤੱਕ ਹੀ ਤੁਹਾਨੂੰ ਲੱਗੇਗਾ ਕਿ ਇਹ ਸਾਹਮਣੇ ਵਾਲਾ ਬੰਦਾ ਮੇਰੇ ਨਾਲ ਠੱਗੀ ਨਾ ਮਾਰ ਲੇ। ਤੇ ਜਦੋਂ ਤੁਸੀਂ ਉਹ ਮੇਰ ਤੇਰ ਖਤਮ ਕਰ ਲਈ, ਇਹ ਗੱਲ ਜਾਣ ਲਈ ਕਿ ਪ੍ਰਮਾਤਮਾ ਨੇ ਸਾਰੇ ਮਨੁੱਖਾਂ ਦੇ ਲਈ ਵੱਖਰੇ ਵੱਖਰੇ ਰਸਤੇ ਬਣਾਏ ਨੇ, ਹਰ ਮਨੁੱਖ ਦੇ ਲਈ ਵੱਖਰੀਆਂ ਵੱਖਰੀਆਂ ਬਖਸ਼ਿਸ਼ਾਂ ਉਸ ਪ੍ਰਮਾਤਮਾ ਨੇ ਨਿਰਧਾਰਤ ਕੀਤੀਆਂ ਨੇ, ਤਾਂ ਤੁਹਾਨੂੰ ਸਾਹਮਣੇ ਵਾਲੇ ਬੰਦੇ 'ਚ ਫਰੇਬ ਨਜ਼ਰ ਨਹੀਂ ਆਉਂਦਾ। ਤੁਹਾਨੂੰ ਉਹ ਵੀ ਪ੍ਰਮਾਤਮਾ ਦਾ ਬਣਾਇਆ ਹੋਇਆ ਇੱਕ ਜੀਵ ਹੀ ਨਜ਼ਰ ਆਉਂਦਾ ਹੈ। ਤੇ ਤੁਹਾਡੇ ਮਨ ਦੇ ਵਿੱਚ ਇਸ ਗੱਲ ਦਾ ਨਿਸ਼ਚਾ ਹੁੰਦਾ ਹੈ ਕਿ ਜੇਕਰ ਕੋਈ ਬਖਸ਼ਿਸ਼ ਉਹਦੇ ਲਈ ਨਿਰਧਾਰਤ ਹੋਈ ਹੈ ਤਾਂ ਉਹ ਉਹਨੂੰ ਹੀ ਮਿਲਣੀ ਹੈ, ਕਿਵੇਂ ਵੀ ਮਿਲ ਜਾਏ। ਤੇ ਜੋ ਤੁਹਾਡੇ ਲਈ ਨਿਰਧਾਰਤ ਹੋਈ ਹੈ ਉਹ ਤੁਹਾਡੇ ਕੋਲ ਹੀ ਰਹਿਣੀ ਹੈ, ਭਾਵੇਂ ਸਾਹਮਣੇ ਵਾਲਾ ਬੰਦਾ ਉਹਨੂੰ ਹਥਿਆਉਣ ਦੇ ਲਈ ਜੋ ਵੀ ਕਰ ਲਵੇ। ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕਉ ਹੈ ਮੁਸ਼ਕਲ ਭਾਰੀ। ਪਿਛਲੀਆਂ ਪੰਕਤੀਆਂ ਵਰਗੀ ਹੀ ਗੱਲ ਹੈ ਕਿ ਜਦ ਤੱਕ ਮਨੁੱਖ ਆਪਣੇ ਮਨ ਦੇ ਵਿੱਚ ਆਪਣੀ ਗਰਜ਼ ਟਿਕਾਈ ਰੱਖਦਾ ਹੈ, ਜਦ ਤੱਕ ਉਹਨੂੰ
ਸਿਰਫ ਆਪਣੀ ਆਪਣੀ ਪਈ ਹੁੰਦੀ ਹੈ ਕਿ ਮੇਰਾ ਫਾਇਦਾ ਹੋ ਜਾਏ, ਮੇਰਾ ਨੁਕਸਾਨ ਨਾ ਹੋਏ, ਉਦੋਂ ਤੱਕ ਮਨੁੱਖ ਨੂੰ ਬੜੀ ਭਾਰੀ ਮੁਸ਼ਕਲ ਪਈ ਰਹਿੰਦੀ ਹੈ, ਬੜੀ ਔਖਿਆਈ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਉਦੋਂ ਤੱਕ ਤੁਸੀਂ ਜ਼ਿੰਦਗੀ ਦੇ ਪਲ ਪਲ ਤੇ ਫਾਇਦੇ ਨੁਕਸਾਨ ਨੂੰ ਸੋਚਦੇ ਰਹਿੰਦੇ ਹੋ। ਥੋੜਾ ਜਿਹਾ ਨੁਕਸਾਨ ਹੋ ਜਾਏ ਤਾਂ ਔਖੇ ਹੋ ਜਾਂਦੇ ਹੋ। ਜਬ ਇਨ ਕਰਨਾ ਹਾਰ ਪਛਾਤਾ, ਤਬ ਇਸ ਨੂੰ ਨਾ ਹੀ ਕਿਛ ਤਾਤਾ। ਤੇ ਜਦੋਂ ਤੁਸੀਂ ਇਹ ਗੱਲ ਪਛਾਣ ਲਈ ਕਿ ਉਸ ਸਿਰਜਣਹਾਰ ਪ੍ਰਮਾਤਮਾ ਨੇ ਹਰ ਜੀਵ ਦੇ ਲਈ ਇੱਕ ਰਸਤਾ ਨਿਰਧਾਰਤ ਕੀਤਾ ਹੈ ਤੇ ਜੀਵ ਨੂੰ ਉਸ ਰਸਤੇ ਤੇ ਹੀ ਚੱਲਣਾ ਪੈਂਦਾ ਹੈ, ਉਸ ਰਸਤੇ ਤੇ ਮੌਜੂਦ ਬਖਸ਼ਿਸ਼ਾਂ ਵੀ ਉਹਨੂੰ ਮਿਲਣੀਆਂ ਨੇ, ਦੁੱਖ ਤਕਲੀਫਾਂ ਵੀ ਉਹਨੂੰ ਮਿਲਣੀਆਂ ਨੇ, ਸਭ ਕੁਝ ਉਹਦਾ ਕੀਤਾ ਕਰਾਇਆ ਹੈ, ਤਾਂ ਫਿਰ ਤੁਹਾਨੂੰ ਕਿਸੇ ਨਾਲ ਕੋਈ ਸਾੜਾ ਨਹੀਂ ਰਹਿ ਜਾਂਦਾ। ਤਾਤਾ ਤੋਂ ਭਾਵ ਸਾੜਾ ਜਾਂ ਈਰਖਾ। ਜਬ ਇਨ ਕਰਨਾ ਹਾਰ ਪਛਾਤਾ, ਤਬ ਇਸ ਨੂੰ ਨਾ ਹੀ ਕਿਛ ਤਾਤਾ। ਤੇ ਜਦੋਂ ਤੱਕ ਅਸੀਂ ਆਪਣੀ ਆਪਣੀ ਗਰਜ਼ ਟਿਕਾਈ ਰੱਖਦੇ ਹਾਂ ਤਾਂ ਸਾਡਾ ਨੁਕਸਾਨ ਨਾ ਹੋ ਕੇ ਕਿਸੇ ਦਾ ਫਾਇਦਾ ਵੀ ਹੋ ਜਾਏ ਤਾਂ ਵੀ ਸਾਨੂੰ ਔਖਾ ਲੱਗਦਾ ਹੈ, ਤਾਂ ਵੀ ਅਸੀਂ ਬੁਰਾ ਮਨਾਉਂਦੇ ਹਾਂ ਕਿ ਉਹਦਾ ਫਾਇਦਾ ਕਿਵੇਂ ਹੋ ਗਿਆ, ਮੇਰਾ ਕਿਉਂ ਨਹੀਂ ਹੋਇਆ। ਕੋਈ ਸਾਡੇ ਤੋਂ ਅੱਗੇ ਲੰਘ ਜਾਏ ਉਹਦਾ ਵੀ ਅਸੀਂ ਬੁਰਾ ਮਨਾਉਣ ਲੱਗਦੇ ਹਾਂ ਕਿ ਉਹ ਮੇਰੇ ਤੋਂ ਅੱਗੇ ਕਿਵੇਂ ਲੰਘ ਗਿਆ, ਤੇ ਆਪਦੇ ਕਿਸੇ ਨੁਕਸਾਨ ਤੇ ਔਖੇ ਹੋਣਾ ਹੀ ਹੋਇਆ। ਜਬ ਇਨ ਆਪਣੋ ਬਾਧਿਓ ਮੋਹਾ, ਆਵੈ ਜਾਏ ਸਦਾ ਜਮ ਜੋਹਾ। ਜਦੋਂ ਤੱਕ ਮਨੁੱਖ ਨੇ ਆਪਣੇ ਮਨ ਨੂੰ ਦੁਨਿਆਵੀ ਮੋਹ ਦੇ ਵਿੱਚ ਬੰਨ੍ਹਿਆ ਹੋਇਆ ਹੈ, ਉਦੋਂ ਤੱਕ ਮਨੁੱਖ ਆਉਂਦਾ ਜਾਂਦਾ ਰਹਿੰਦਾ ਹੈ, ਜੰਮਦਾ ਮਰਦਾ ਰਹਿੰਦਾ ਹੈ। ਆਤਮਕ ਮੌਤ ਸਦਾ ਉਹਦੇ ਸਿਰਹਾਣੇ ਖੜੀ ਰਹਿੰਦੀ ਹੈ। ਆਵੈ ਜਾਏ ਸਦਾ ਜਮ ਜੋਹਾ। ਜਦੋਂ ਤੱਕ ਤੁਹਾਡਾ ਦੁਨੀਆ ਦੇ ਨਾਲ ਮੋਹ ਪਿਆ ਹੈ, ਛੋਟੇ ਛੋਟੇ ਫਾਇਦੇ ਤੇ ਤੁਸੀਂ ਖੁਸ਼ ਹੋਵੋਗੇ, ਭਾਵ ਕਿ ਜਨਮੋਗੇ, ਛੋਟੇ ਛੋਟੇ ਨੁਕਸਾਨ ਤੇ ਤੁਸੀਂ ਦੁਖੀ ਹੋਵੋਗੇ, ਭਾਵ ਕਿ ਮਰੋਗੇ। ਸੋ ਇਹ ਜਨਮ ਮਰਨ ਦਾ ਜੋ ਸਿਲਸਿਲਾ ਹੈ ਤੁਹਾਡਾ ਚੱਲਦਾ ਰਹੇਗਾ। ਇਹਨੂੰ ਖਤਮ ਕਰਨਾ ਹੈ ਤਾਂ ਦੁਨੀਆ ਦੇ ਨਾਲੋਂ ਮੋਹ ਤੋੜਨਾ ਪੈਂਦਾ ਹੈ। ਜਬ ਇਸਤੇ ਸਭ ਬਿਨਸੇ ਭਰਮਾ, ਭੇਦ ਨਾਹੀ ਹੈ ਪਾਰ ਬ੍ਰਹਮ। ਤੇ ਜਦੋਂ ਮਨੁੱਖ ਦੇ ਅੰਦਰ ਦੀਆਂ ਸਾਰੀਆਂ ਭਟਕਣਾਂ ਮੁੱਕ ਗਈਆਂ ਤਾਂ ਮਨੁੱਖ ਅਤੇ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਕੋਈ ਭੇਦ ਨਹੀਂ ਰਹਿ ਜਾਂਦਾ। ਜਬ ਇਨ ਕਿਛ ਕਰ ਮਾਨੇ ਭੇਦਾ, ਤਬ ਤੇ ਦੁਖ ਡੰਡ ਅਰ ਖੇਦਾ। ਜਦੋਂ ਮਨੁੱਖ ਦੂਜਿਆਂ ਦੇ ਨਾਲੋਂ ਵਿੱਥ ਰੱਖਦਾ ਹੈ, ਦੂਜਿਆਂ ਨੂੰ ਵੱਖਰਾ ਸਮਝਦਾ ਹੈ, ਆਪਣੇ ਵਿੱਚ ਤੇ ਦੂਸਰਿਆਂ ਦੇ ਵਿੱਚ, ਈਵਨ ਕਿ ਜੋ ਦੂਸਰੇ ਹਨ ਉਹਨਾਂ ਦੇ ਆਪਸ ਦੇ ਵਿੱਚ ਵੀ ਭੇਦ ਸਮਝਦਾ ਹੈ, ਆਪਣੇ ਆਪ ਨੂੰ ਉੱਚਾ ਮੰਨ ਲੈਣਾ, ਆਪਣੇ ਸਾਥੀਆਂ ਨੂੰ ਨੀਵੇਂ ਮੰਨ ਲੈਣਾ, ਉਹਨਾਂ ਸਾਥੀਆਂ ਦੇ ਵਿੱਚ ਵੀ ਇੱਕ ਨੂੰ ਉੱਚਾ ਮੰਨ ਲੈਣਾ, ਦੂਜੇ ਨੂੰ ਨੀਵਾਂ ਮੰਨ ਲੈਣਾ। ਜਦੋਂ ਤੱਕ ਮਨੁੱਖ ਇਹਨਾਂ ਵਿਤਕਰਿਆਂ ਦੇ ਵਿੱਚ ਪਿਆ ਰਹਿੰਦਾ ਹੈ, ਉਦੋਂ ਤੱਕ ਉਹਦੀ ਆਤਮਾ ਨੂੰ ਦੁੱਖ ਕਲੇਸ਼ਾਂ ਦੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ। ਜਬ ਇਨ ਏਕੋ ਏਕੀ ਬੂਝਿਆ, ਤਬ ਤੇ ਇਸ ਨੂੰ ਸਭ ਕਿਛ ਸੂਝਿਆ। ਪਰ ਜਦੋਂ ਇਸ ਨੇ ਹਰ ਥਾਂ ਇੱਕ ਹੀ ਪ੍ਰਮਾਤਮਾ ਨੂੰ ਵਸਦਾ ਸਮਝ ਲਿਆ, ਸਾਰੇ ਜੀਵਾਂ ਨੂੰ ਉਸ ਪ੍ਰਮਾਤਮਾ ਦਾ ਅੰਸ਼ ਸਮਝ ਲਿਆ, ਤਾਂ ਫਿਰ ਸਹੀ ਜੀਵਨ ਜੁਗਤ ਦੀ ਇਹਨੂੰ ਸੂਝ ਪੈ ਜਾਂਦੀ ਹੈ। ਇਸ ਸ੍ਰਿਸ਼ਟੀ ਦੇ ਸਾਰੇ ਹੀ ਜੀਵ, ਮੰਨ ਲਓ ਕਿ ਇੱਕ ਦਰਖਤ ਦੇ ਹੀ ਪੱਤੇ ਨੇ, ਉਹ ਦਰਖਤ ਪ੍ਰਮਾਤਮਾ ਹੈ ਤੇ ਅਸੀਂ ਸਭ ਉਸੇ ਇੱਕੇ ਦਰਖਤ ਤੇ ਲੱਗੇ ਹੋਏ ਪੱਤੇ ਹਾਂ। ਹੁਣ ਕੁਝ ਪੱਤੇ ਛੋਟੇ ਵੀ ਹੁੰਦੇ ਨੇ, ਕੁਝ ਵੱਡੇ ਵੀ ਹੁੰਦੇ ਨੇ, ਕੁਝ ਨੀਵੇਂ ਵੀ ਹੁੰਦੇ ਨੇ, ਕੁਝ ਉੱਚੇ ਵੀ ਹੁੰਦੇ ਨੇ, ਕੁਝ ਛੇਤੀ ਸੁੱਕ ਜਾਂਦੇ ਨੇ, ਕੁਝ ਦੇਰ ਨਾਲ ਸੁੱਕਦੇ ਨੇ, ਕਈ ਛੇਤੀ ਝੜ ਜਾਂਦੇ ਨੇ, ਕਈ ਲੰਬਾ ਸਮਾਂ ਕੱਟ ਜਾਂਦੇ ਨੇ, ਪਰ ਹੈਗੇ ਅਸੀਂ ਇੱਕੇ ਦਰਖਤ ਦੇ ਪੱਤੇ ਹੀ ਹਾਂ। ਜਦੋਂ ਅਸੀਂ ਇਸ ਗੱਲ ਨੂੰ ਸਮਝ ਲੈਂਦੇ ਹਾਂ ਤਾਂ ਅਸੀਂ ਦੂਜਿਆਂ ਦੇ ਨਾਲ ਵਿਤਕਰੇ ਕਰਨੋਂ ਹਟ ਜਾਂਦੇ ਹਾਂ, ਆਪਣੇ ਆਪ ਨੂੰ ਦੁੱਖਾਂ ਕਲੇਸ਼ਾਂ ਦੀਆਂ, ਈਰਖਾ ਦੀਆਂ ਸਜ਼ਾਵਾਂ ਤੋਂ ਬਚਾ ਲੈਂਦੇ ਹਾਂ, ਸਹੀ ਜੀਵਨ ਜੁਗਤ ਦੀ ਸੂਝ ਪਾ ਲੈਂਦੇ ਹਾਂ। ਜਬ ਇਹ ਧਾਵੈ ਮਾਇਆ ਅਰਥੀ, ਨਹਿ ਤ੍ਰਿਪਤਾਵੈ ਨਹਿ ਤਿਸ ਲਾਥੀ। ਗੁਰੂ ਜੀ ਕਹਿੰਦੇ ਜਦੋਂ ਤੱਕ ਇਹ ਮਾਇਆ ਵੱਲ ਨੂੰ ਦੌੜਦਾ ਰਹਿੰਦਾ ਹੈ, ਧਾਵੈ ਤੋਂ ਭਾਵ ਦੌੜਨਾ, ਉਦੋਂ ਤੱਕ ਇਹ ਨਾ ਤਾਂ ਤ੍ਰਿਪਤ ਹੁੰਦਾ ਹੈ, ਨਾ ਹੀ ਇਹਦੀ ਤ੍ਰਿਸ਼ਨਾ ਮੁੱਕਦੀ ਹੈ। ਪਰ ਜਬ ਇਸ ਤੇ ਇਹੋ ਹੋਇਓ ਜੌਲਾ, ਜੌਲਾ ਤੋਂ ਭਾਵ ਵੱਖਰਾ, ਜਦੋਂ ਮਨੁੱਖ ਮਾਇਆ ਤੋਂ ਵੱਖਰਾ ਹੋ ਜਾਂਦਾ ਹੈ, ਉਹਦੇ ਵੱਲ ਨੂੰ ਨਹੀਂ ਦੌੜਦਾ, ਉਹਦੇ ਨਾਲ ਮੋਹ ਖਤਮ ਕਰ ਲੈਂਦਾ ਹੈ, ਪਿੱਛੇ ਲਾਗ ਚਲੀ ਉੱਠ ਕੌਲਾ, ਤਾਂ ਇਹ ਜੋ ਮਾਇਆ ਹੈ
ਉਹਦੇ ਪਿੱਛੇ ਲੱਗ ਕੇ ਤੁਰ ਪੈਂਦੀ ਹੈ, ਉਹਦੀ ਦਾਸੀ ਬਣ ਜਾਂਦੀ ਹੈ। ਕੌਲਾ ਤੋਂ ਭਾਵ ਕਮਲ ਦੇ ਫੁੱਲ ਦੇ ਵਿੱਚ ਰਹਿਣ ਵਾਲੀ। ਹੁਣ ਤੁਸੀਂ ਸਾਰਿਆਂ ਨੇ ਲਕਸ਼ਮੀ ਮਾਤਾ ਦੇ ਪੋਸਟਰ ਵੇਖੇ ਹੋਣੇ ਹਨ। ਕਈ ਪੋਸਟਰਾਂ ਦੇ ਵਿੱਚ ਉਹਨਾਂ ਨੂੰ ਕਮਲ ਦੇ ਫੁੱਲ ਦੇ ਵਿੱਚ ਵਿਰਾਜਮਾਨ ਦਿਖਾਇਆ ਹੋਇਆ ਹੈ। ਸੋ ਇਸ ਕੌਲਾ ਸ਼ਬਦ ਤੋਂ ਭਾਵ ਹੈ ਲਕਸ਼ਮੀ, ਤੇ ਲਕਸ਼ਮੀ ਨੂੰ ਮਾਇਆ ਦੇ ਨਾਲ ਵੀ ਜੋੜਿਆ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਜਦੋਂ ਤੁਸੀਂ ਉਸ ਮਾਇਆ ਦੇ ਨਾਲੋਂ ਮੋਹ ਤੋੜ ਲਿਆ ਤਾਂ ਉਹ ਮਾਇਆ ਤੁਹਾਡੀ ਦਾਸੀ ਬਣ ਕੇ ਤੁਹਾਡੇ ਪਿੱਛੇ ਲੱਗ ਪੈਂਦੀ ਹੈ। ਕਰ ਕਿਰਪਾ ਜੋ ਸਤਿਗੁਰ ਮਿਲਿਓ, ਮਨ ਮੰਦਰ ਮਹਿ ਦੀਪਕ ਜਲਿਓ। ਆਪਣੀ ਕਿਰਪਾ ਕਰਕੇ ਜਦੋਂ ਸਤਿਗੁਰੂ ਕਿਸੇ ਮਨੁੱਖ ਨੂੰ ਮਿਲ ਪੈਂਦਾ ਹੈ ਤਾਂ ਉਸ ਮਨੁੱਖ ਦੇ ਮਨ ਰੂਪੀ ਮੰਦਰ ਦੇ ਵਿੱਚ ਗਿਆਨ ਦਾ ਦੀਪਕ ਜਲ ਪੈਂਦਾ ਹੈ। ਜੀਤ ਹਾਰ ਕੀ ਸੋਝੀ ਕਰੀ, ਤੋ ਇਸ ਘਰ ਕੀ ਕੀਮਤ ਭਰੀ। ਉਹਨੂੰ ਜਿੱਤ ਹਾਰ ਦੀ ਸੋਝੀ ਪੈ ਜਾਂਦੀ ਹੈ, ਪਤਾ ਲੱਗ ਜਾਂਦਾ ਹੈ ਕਿ ਜੀਵਨ ਦੇ ਵਿੱਚ ਅਸਲੀ ਜਿੱਤ ਕਿਹੜੀ ਹੈ ਤੇ ਅਸਲੀ ਹਾਰ ਕਿਹੜੀ ਹੈ। ਇਸ ਸਰੀਰ ਰੂਪੀ ਘਰ ਦੀ ਕੀਮਤ ਉਹਨੂੰ ਪਤਾ ਲੱਗ ਜਾਂਦੀ ਹੈ, ਕਦਰ ਪੈ ਜਾਂਦੀ ਹੈ। ਕਰਨ ਕਰਾਵਣ ਸਭ ਕੁਛ ਇੱਕ ਹੈ, ਆਪੇ ਬੁੱਧ ਵਿਚਾਰ ਵਿਵੇਕ ਹੈ। ਗੁਰੂ ਜੀ ਕਹਿੰਦੇ ਜੀਵਾਂ ਦੇ ਵੱਸ ਦੀ ਗੱਲ ਨਹੀਂ, ਸਭ ਕੁਝ ਕਰਨ ਕਰਾਉਣ ਵਾਲਾ ਉਹ ਇੱਕ ਪਰਮਾਤਮਾ ਹੈ। ਉਹ ਆਪ ਹੀ ਜੀਵਾਂ ਨੂੰ ਅਕਲ ਬਖਸ਼ਦਾ ਹੈ, ਆਪ ਹੀ ਉਹਨਾਂ ਦੇ ਅੰਦਰ ਟਿਕ ਕੇ ਉਹਨਾਂ ਦੇ ਜੀਵਨ ਦੀ ਵਿਚਾਰ ਕਰਦਾ ਹੈ। ਦੂਰ ਨਾ ਨੇੜਾ ਸਭ ਕੈ ਸੰਗਾ, ਕਿਸੇ ਤੋਂ ਵੀ ਉਹ ਦੂਰ ਨਹੀਂ ਹੈ, ਸਭਨਾਂ ਦੇ ਨੇੜੇ ਹੈ, ਸਭਨਾਂ ਦੇ ਨਾਲ ਵਸਦਾ ਹੈ। ਸੱਚ ਸਲਾਹਨ ਨਾਨਕ ਹਰ ਰੰਗਾ। ਹੇ ਨਾਨਕ, ਸਦਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਹ ਸਲਾਹੁਣ ਯੋਗ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 235ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੇ ਅੰਗ ਦੀ ਬਾਣੀ ਦੀ ਸ਼ੁਰੂਆਤ ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਲਿਖੇ ਹੋਏ ਕਰਹਲੇ ਤੋਂ ਹੀ ਹੁੰਦੀ ਹੈ, ਤੇ ਪਿਛਲੇ ਅੰਗ ਦੇ ਵਿੱਚ ਜੋ ਵਾਰਤਾਲਾਪ ਚੱਲ ਰਹੀ ਸੀ ਉਸੇ ਨੂੰ ਹੀ ਗੁਰੂ ਜੀ ਅੱਗੇ ਵਧਾਉਂਦੇ ਨੇ ਤੇ ਆਪਣੇ ਮਨ ਨੂੰ ਹਦਾਇਤਾਂ ਕਰਦੇ ਨੇ ਕਿ ਉਸ ਪਰਮਾਤਮਾ ਦੇ ਨਾਲ ਜੁੜ। ਤੇ ਉਸ ਤੋਂ ਬਾਅਦ ਅਸੀਂ ਇੱਕ ਅਸ਼ਟਪਦੀ ਗੁਰੂ ਅਰਜਨ ਸਾਹਿਬ ਦੁਆਰਾ ਲਿਖੀ ਹੋਈ ਪੜ੍ਹੀ ਹੈ, ਜਿਸ ਦੇ ਵਿੱਚ ਕਿ ਗੁਰੂ ਜੀ ਨੇ ਬੜੀ ਹੀ ਸਰਲਤਾ ਦੇ ਨਾਲ ਮਨਮੁਖ ਤੇ ਗੁਰਮੁਖ ਦਾ ਤੁਲਨਾਤਮਕ ਚਿੱਤਰ ਪੇਸ਼ ਕੀਤਾ ਹੈ ਕਿ ਜਦ ਤੱਕ ਮਨੁੱਖ ਮਨਮੁਖ ਹੁੰਦਾ ਹੈ ਤਾਂ ਕੀ ਕਰਦਾ ਹੈ, ਜਦੋਂ ਗੁਰਮੁਖ ਬਣ ਜਾਂਦਾ ਹੈ ਤਾਂ ਕੀ ਕਰਦਾ ਹੈ। ਸੋ ਉਮੀਦ ਕਰਦੇ ਹਾਂ ਦੋਨਾਂ ਦਾ ਭੇਦ ਆਪ ਜੀ ਨੂੰ ਸਮਝ ਆ ਗਿਆ ਹੋਵੇਗਾ, ਤੇ ਨਾਲ ਦੀ ਨਾਲ ਮਹੱਤਵਪੂਰਨ ਗੱਲ ਇਹ ਸਮਝ ਆ ਗਈ ਹੋਏਗੀ ਕਿ ਇਹ ਭੇਦ ਵੀ ਉਸ ਪਰਮਾਤਮਾ ਦਾ ਬਣਾਇਆ ਹੋਇਆ ਹੈ। ਕਿਸੇ ਨੇ ਮਨਮੁਖ ਬਣਨਾ ਹੈ ਜਾਂ ਗੁਰਮੁਖ ਬਣਨਾ ਹੈ, ਇਹਦੀ ਅਕਲ ਵੀ ਉਹ ਪਰਮਾਤਮਾ ਆਪ ਹੀ ਬਖਸ਼ਦਾ ਹੈ। ਇੱਕ ਗੱਲ ਮੰਨ ਕੇ ਚੱਲੀਏ ਕਿ ਅਸੀਂ ਇੱਕ ਹੀ ਦਰਖਤ ਦੇ ਉੱਪਰ ਲੱਗੇ ਹੋਏ ਪੱਤੇ ਹਾਂ। ਇਸੇ ਸੰਦੇਸ਼ ਤੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।